ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਦਾਸ ਨੂੰ ਸਮਾਂ ਮਿਲਿਆ ਹੈ ਕਿ ਉਹਨਾਂ ਦੇ ਜੀਵਨ ਦੇ ਇਤਿਹਾਸ ਵਿੱਚੋਂ ਕੁਝ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਸਕਾਂ। ਗੁਰੂ ਸਵਾਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਜੋ ਦੇਸ਼ ਦੀ ਦਸ਼ਾ ਸੀ, ਜੋ ਹਾਲਾਤ ਸਨ, ਪਹਿਲੋਂ ਉਹਨਾਂ ਤੇ ਵਿਚਾਰ ਕਰਨੀ ਪੈ ਗਈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਧਾਰ ਕੇ ਕਿਉਂ ਇਸ ਦੁਨੀਆ ਤੇ ਆਉਣਾ ਪਿਆ। ਸੰਸਾਰ ਦੇ ਉੱਤੇ ਪਾਪ ਅਪੱਧਰ ਬਹੁਤ ਵੱਧ ਚੁੱਕਿਆ ਸੀ। ਮਨ ਨੂੰ ਕੂੜ ਦਾ ਪਸਾਰਾ ਸੀ, ਸੱਚ ਖੰਭ ਲਾ ਕੇ ਉੱਡ ਗਿਆ ਸੀ। ਹਰ ਪਾਸੇ ਦੁਨੀਆ ਕਰਮ ਕਾਂਡਾਂ ਦੇ ਵਿੱਚ ਫਸੀ ਸੀ, ਉਸ ਨਿਰੰਕਾਰ ਨਾਲੋਂ ਟੁੱਟ ਗਏ ਸੀ। ਭਾਈ ਗੁਰਦਾਸ ਜੀ ਅਨੁਸਾਰ ਇਸ ਸੰਸਾਰ ਦੇ ਉੱਤੇ ਦੁਖੀ ਲੋਕਾਂ ਦੀ ਅੰਤਰ ਆਤਮਿਕ ਪੁਕਾਰ ਨੂੰ ਪਰਮੇਸ਼ਰ ਨੇ ਸੁਣਿਆ। ਉਹ ਦੁਖੀਆਂ ਦੀ ਪੁਕਾਰ ਨੂੰ ਸੁਣ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਦੁਨੀਆ ਤੇ ਅਵਤਾਰ ਧਾਰਨਾ ਪਿਆ। ਉਸ ਪਰਮੇਸ਼ਰ ਨੇ ਇਸ ਸੰਸਾਰ ਤੇ ਭੇਜਿਆ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਦੁਖੀ ਲੋਕਾਂ ਦੀ ਅੰਤਰ ਆਤਮਿਕ ਪੁਕਾਰ ਨੂੰ ਸੁਣ ਕੇ ਪਰਮੇਸ਼ਰ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਇਸ ਦੁਨੀਆ ਤੇ ਭੇਜਿਆ। ਤੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਦੁਨੀਆ ਤੇ ਆਉਣ ਦੇ ਨਾਲ ਹੋਇਆ ਕਿ ਜਿਹੜਾ ਕੂੜ ਦਾ ਪਸਾਰਾ ਪਸਰਿਆ ਹੋਇਆ ਸੀ, ਕੂੜ ਦਾ ਅੰਧਕਾਰ ਫੈਲਿਆ ਹੋਇਆ ਸੀ, ਗੁਰੂ ਨਾਨਕ ਸਾਹਿਬ ਜੀ ਗਿਆਨ ਦਾ ਚਾਨਣ ਲੈ ਕੇ ਆਏ। ਤੇ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਦੇਵ ਜੀ ਨੂੰ ਜਿਸ ਨੇ ਵੀ ਸੁਣ ਲਿਆ, ਜਿਸ ਨੇ ਵੀ ਦੀਦਾਰ ਕਰ ਲਿਆ, ਉਹਨੂੰ ਦੁਬਾਰਾ ਮਾਤਾ ਦੇ ਗਰਭ ਵਿੱਚ ਨਹੀਂ ਆਉਣਾ ਪਿਆ। ਇਸ ਸੰਸਾਰ ਦੇ ਉੱਤੇ ਕਿੰਨੇ ਕਿੰਨੇ ਗੁਰੂ ਨਾਨਕ ਦੇਵ ਜੀ ਨੂੰ ਸੁਣਿਆ, ਕਿਸ ਕਿਸ ਦਾ ਪਾਰ ਉਤਾਰਾ ਹੋਇਆ, ਇਤਿਹਾਸ ਬਹੁਤ ਲੰਮੇਰਾ ਹੈ। ਹੁਣ ਗੁਰੂ ਨਾਨਕ ਦੇਵ ਜੀ ਕਿਹੜਾ ਚਾਨਣ ਲੈ ਕੇ ਆਏ ਸਨ? ਗੁਰੂ ਨਾਨਕ ਦੇਵ ਜੀ ਇਸ ਦੁਨੀਆ ਤੇ ਜਦੋਂ ਆਏ, ਸਭ ਤੋਂ ਪਹਿਲੇ ਦੀਦਾਰ ਕਿਸ ਨੇ ਕੀਤੇ? ਕਿਉਂਕਿ ਆਪਾਂ ਬਾਣੀ ਵਿੱਚ ਪੜ੍ਹਦੇ ਨੇ, ਜਿਨ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਕਿਸ ਨੇ ਗੁਰੂ ਨੂੰ ਸਭ ਤੋਂ ਪਹਿਲਾਂ ਦੀਦਾਰ ਕੀਤੇ? ਤੇ ਜਦੋਂ ਇਤਿਹਾਸ ਦੀ ਪੜਚੋਲ ਕਰਕੇ ਇਸ ਇਤਿਹਾਸ ਨੂੰ ਪੜ੍ਹ ਕੇ ਵਿਚਾਰਨ ਦਾ ਯਤਨ ਕਰਾਂਗੇ, ਤੇ ਇਤਿਹਾਸ ਦੇ ਵਿੱਚੋਂ ਸਾਨੂੰ ਮਿਲਦਾ ਹੈ ਕਿ ਸਭ ਤੋਂ ਪਹਿਲੇ ਦੀਦਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਸ ਨੇ ਕੀਤੇ, ਉਹ ਹੈ ਦਾਈ ਦੌਲਤਾ। ਉਹ ਦਾਈ ਜਿਹਦੇ ਹੱਥਾਂ ਦੇ ਵਿੱਚ ਹਜ਼ਾਰਾਂ ਬੱਚਿਆਂ ਦਾ ਕਹਿ ਲਈਏ ਜਨਮ ਹੋਇਆ ਹੋਏਗਾ, ਪਰ ਗੁਰੂ ਨਾਨਕ ਦੇਵ ਜੀ ਜਦੋਂ ਇਸ ਦੁਨੀਆ ਤੇ ਅਵਤਾਰ ਧਾਰ ਕੇ ਆਏ ਤੇ ਪਹਿਲੇ ਦੀਦਾਰ ਕਰਨ ਵਾਲੀ ਉਹ ਦਾਈ ਦੌਲਤਾ ਸੀ। ਹੁਣ ਜੇ ਪਹਿਲੇ ਸਿੱਖ ਦੀ ਗੱਲ ਕਰਦੇ ਹਾਂ, ਉਹ ਵੀ ਇੱਕ ਇਸਤਰੀ ਸੀ। ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਕੌਣ ਹੋਇਆ? ਇੱਕ ਸਵਾਲ ਹੈ ਨਾ। ਤੇ ਪਹਿਲੇ ਸਿੱਖ ਜਿਹੜਾ ਗੁਰੂ ਨਾਨਕ ਦੇਵ ਜੀ ਦਾ, ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਹੋਈ। ਹੁਣ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਦੀਦਾਰ ਜਦੋਂ ਜਨਮ ਸਮੇਂ, ਜਨਮ ਤੋਂ ਪਹਿਲੋਂ ਦੀ ਗੱਲ ਕਰ ਲਈਏ, ਤੇ ਮਹਿਤਾ ਕਲਿਆਣ ਦਾਸ ਜੀ ਜੋ ਪਟਵਾਰੀ ਸਨ, ਦਾਈ ਦੌਲਤਾ ਨੇ ਆਉਣਾ ਘਰ ਦੇ ਵਿੱਚ ਤੇ ਕਹਿਣਾ, ਮਹਿਤਾ ਕਲਿਆਣ ਦਾਸ ਜੀ, ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ,
ਪਰਮੇਸ਼ਰ ਨੇ ਤੁਹਾਡੇ ਘਰ ਦੇ ਵਿੱਚ ਬਹੁਤ ਕੁਝ ਦਿੱਤਾ ਤੇ ਅਸੀਂ ਗਰੀਬ ਹਾਂ। ਅਸੀਂ ਤੁਹਾਡੇ ਘਰਾਂ ਦੇ ਵਿੱਚ ਕੰਮ ਕਰਕੇ ਸਾਡੀ ਆਸ ਹੁੰਦੀ ਹੈ ਕਿ ਤੁਹਾਡੇ ਘਰ ਰੱਬ ਖੁਸ਼ੀ ਦੇਵੇ ਤੇ ਅਸੀਂ ਕੁਝ ਮੰਗ ਸਕੀਏ। ਅਕਸਰ ਦਾਈ ਦੌਲਤਾਂ ਨੇ ਇਹ ਗੱਲ ਕਹਿਣੀ ਕਿ ਮਹਿਤਾ ਕਲਿਆਣ ਦਾਸ ਜੀ, ਰੱਬ ਕਰੇ ਤੁਹਾਡੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਵੇ ਤੇ ਉਸ ਮੌਕੇ ਤੇ ਜਦੋਂ ਮੈਂ ਤੁਹਾਡੇ ਘਰ ਆਵਾਂਗੀ ਫਿਰ ਮੈਂ ਤੁਹਾਡੇ ਘਰੋਂ ਬਹੁਤ ਕੁਝ ਮੰਗਾਂਗੀ, ਕਿਉਂਕਿ ਗਰੀਬਾਂ ਨੂੰ ਅਮੀਰਾਂ ਦੇ ਉੱਤੋਂ ਜਿਨ੍ਹਾਂ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਕੁਝ ਆਸਾਂ ਹੁੰਦੀਆਂ ਕਿ ਰੱਬ ਖੁਸ਼ੀ ਦਾ ਮੌਕਾ ਦੇਵੇ ਤੇ ਅਸੀਂ ਕੁਝ ਜਾ ਕੇ ਮੰਗਾਵਾਂਗੇ ਉਸ ਸਮੇਂ ਤੇ। ਦਾਈ ਦੌਲਤਾਂ ਨੇ ਨੇਤੇ ਗੱਲ ਕਹਿਣੀ ਤੇ ਮਹਿਤਾ ਕਲਿਆਣ ਦਾਸ ਜੀ ਨੇ ਕਹਿ ਦੇਣਾ, ਦੌਲਤਾਂ ਰੱਬ ਖੁਸ਼ੀ ਦੇਵੇ, ਤੂੰ ਜੋ ਕਹੇਂਗੀ ਮੈਂ ਤੈਨੂੰ ਦਵਾਂਗਾ, ਤੈਨੂੰ ਖੁਸ਼ ਕਰਕੇ ਭੇਜਾਂਗਾ, ਨਿਰਾਸ਼ ਕਰਕੇ ਨਹੀਂ ਭੇਜਦਾ। ਉਹ ਸਮਾਂ ਸੁਹਾਵਣਾ ਆਇਆ। ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਕੱਲ ਅਸੀਂ ਨਨਕਾਣਾ ਸਾਹਿਬ ਸਤਿਕਾਰ ਨਾਲ ਕਹਿੰਦੇ ਹਾਂ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਉੱਥੇ ਅਵਤਾਰ ਹੋਇਆ। ਮਹਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਮਾਂ ਤ੍ਰਿਪਤਾ ਦੀ ਕੁੱਖ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨਾ ਹੈ ਤੇ ਮਹਿਤਾ ਕਲਿਆਣ ਦਾਸ ਜੀ ਨੇ ਦਾਈ ਦੌਲਤਾਂ ਨੂੰ ਸੁਨੇਹਾ ਭੇਜਿਆ। ਦਾਈ ਦੌਲਤਾਂ ਨੂੰ ਸੁਨੇਹਾ ਮਿਲਿਆ ਕਿ ਮਹਿਤਾ ਕਲਿਆਣ ਦਾਸ ਜੀ ਦੇ ਘਰੋਂ ਸੁਨੇਹਾ ਆਇਆ ਹੈ। ਦਾਈ ਦੌਲਤਾਂ ਬੜੀ ਖੁਸ਼ ਹੈ ਕਿ ਮਹਿਤਾ ਕਲਿਆਣ ਦਾਸ ਜੀ ਦੇ ਘਰ ਰੱਬ ਖੁਸ਼ੀ ਦੇਵੇ, ਮੈਨੂੰ ਵੀ ਕੁਝ ਪਦਾਰਥ ਮਿਲਣਗੇ, ਮੈਨੂੰ ਵੀ ਕੁਝ ਮਾਇਆ ਮਿਲੇਗੀ, ਮੇਰੇ ਘਰ ਦਾ ਵੀ ਗੁਜ਼ਾਰਾ ਸੌਖਾ ਚੱਲੇਗਾ। ਦਾਈ ਦੌਲਤਾਂ ਆਈ ਹੈ। ਰਾਤ ਬੀਤਦੀ ਗਈ, ਅੰਮ੍ਰਿਤ ਵੇਲਾ ਪ੍ਰਭਾਤ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅਵਤਾਰ ਧਾਰਿਆ ਤੇ ਇਤਿਹਾਸ ਕਹਿੰਦਾ ਉਸ ਵੇਲੇ ਜਿਸ ਕਮਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਉੱਥੇ 8 ਵੱਟੀਆਂ ਵਾਲਾ ਦੀਵਾ ਜਗਦਾ ਸੀ, ਜਿਹਦੀਆਂ 8 ਵੱਟੀਆਂ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਪ੍ਰਕਾਸ਼ ਦੀਵਿਆਂ ਦਾ ਹੁੰਦਾ ਸੀ, ਦੀਵਿਆਂ ਦੇ ਚਾਨਣ ਹੁੰਦੇ ਸਨ। ਅੱਜ ਤੇ ਸਮਾਂ ਬੀਤ ਗਿਆ, ਸਾਡੇ ਘਰਾਂ ਦੇ ਵਿੱਚ ਲਾਈਟ ਹੈ, ਸਾਰੇ ਪ੍ਰਬੰਧ ਹੈ। 8 ਵੱਟੀਆਂ ਵਾਲਾ ਦੀਵਾ ਜਗਦਾ ਸੀ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਇੱਕਦਮ ਇੰਨਾ ਚਾਨਣ ਹੋਇਆ ਕਿ 8 ਵੱਟੀਆਂ ਵਾਲਾ ਦੀਵਾ ਵੀ ਮੱਧਮ ਪੈ ਗਿਆ। ਦਾਈ ਦੌਲਤਾਂ ਬੱਚੇ ਦਾ ਜਨਮ ਹੋਇਆ, ਅਵਤਾਰ ਧਾਰਿਆ, ਗੁਰੂ ਸਾਹਿਬ ਜੀ ਨੇ ਖੁਸ਼ੀ ਖੁਸ਼ੀ ਬਾਹਰ ਗਈ। ਬਾਹਰ ਇੰਤਜ਼ਾਰ ਕਰਦੇ ਨੇ ਘਰ ਦੇ ਜੀ, ਜਿਨ੍ਹਾਂ ਦੇ ਵਿੱਚ ਬਾਬਾ ਮਹਿਤਾ ਕਲਿਆਣ ਦਾਸ ਜੀ ਹੈ, ਇਹਨਾਂ ਦੇ ਭਰਾ ਨੇ, ਪਰਿਵਾਰ ਦੇ ਹੋਰ ਵੀ ਜੀ ਨੇ ਕਿ ਰੱਬ ਸਾਨੂੰ ਖੁਸ਼ੀ ਦੇਵੇ। ਤੇ ਦਾਈ ਦੌਲਤਾਂ ਨੇ ਬਾਹਰ ਆ ਕੇ ਸੁਨੇਹਾ ਦਿੱਤਾ ਕਿ ਮਹਿਤਾ ਕਲਿਆਣ ਦਾਸ ਜੀ, ਤੁਹਾਨੂੰ ਵਧਾਈ ਹੋਵੇ, ਰੱਬ ਨੇ ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ ਹੈ ਤੁਹਾਡੇ ਘਰ ਦੇ ਵਿੱਚ। ਹੁਣ ਮਹਿਤਾ ਕਲਿਆਣ ਦਾਸ ਜੀ ਨੂੰ ਆਪਣਾ ਵਾਦਾ ਚੇਤੇ ਸੀ। ਵਧਾਈ ਸੁਣ ਕੇ ਆਪਣੇ ਅੰਦਰ ਗਏ, ਕਹਿਣ ਲੱਗੇ, ਦੌਲਤਾਂ ਬੜੀ ਸੋਹਣੀ ਤੂੰ ਖਬਰ ਦਿੱਤੀ ਹੈ, ਬੜਾ ਸੋਹਣਾ ਸੁਨੇਹਾ ਦਿੱਤਾ ਹੈ ਤੇ ਮੈਨੂੰ ਤੂੰ ਕੁਝ ਕਹਿੰਦੀ ਸਾਂ ਜਿਹੜਾ ਮੈਨੂੰ ਅੱਜ ਚੇਤੇ ਹੈ। ਤੂੰ ਕਹਿੰਦੀ ਸੀ ਮੈਂ ਤੁਹਾਡੇ ਘਰੋਂ ਬਹੁਤ ਕੁਝ ਧਨ ਲੈ ਕੇ ਜਾਵਾਂਗੀ, ਕੁਝ ਪਦਾਰਥ ਲੈ ਕੇ ਜਾਵਾਂਗੀ, ਅਨਾਜ ਲੈ ਕੇ ਜਾਵਾਂਗੀ, ਅੱਜ ਮੈਂ ਤੈਨੂੰ ਕੁਝ ਕਰਕੇ ਭੇਜਣਾ। ਤੇ ਜਦੋਂ ਮਹਿਤਾ ਕਲਿਆਣ ਦਾਸ ਜੀ ਅੰਦਰ ਗਏ, ਅੰਦਰੋਂ ਥਾਲ ਮੋਹਰਾਂ ਦਾ ਭਰ ਕੇ ਲੈ ਕੇ ਆਏ, ਬਹੁਤ ਸਾਰਾ ਅਨਾਜ ਰੱਖਿਆ ਸੀ। ਕਹਿੰਦੇ ਨੌਕਰਾਂ ਨੂੰ ਭੇਜ ਕੇ ਤੇਰੇ ਬੱਚਿਆਂ ਵਾਸਤੇ ਅਨਾਜ ਭੇਜ ਦਿੰਨੇ ਆ, ਇੰਨਾ ਧਨ ਲੈ ਜਾ, ਕੁਝ ਕੱਪੜੇ ਨੇ ਇਹ ਲੈ ਜਾ। ਤੇ ਦਾਈ ਦੌਲਤਾਂ ਹੱਥ ਜੋੜ ਕੇ ਖਲੋ ਗਈ, ਕਹਿੰਦੀ ਮਹਿਤਾ ਕਲਿਆਣ ਦਾਸ ਮੈਂ ਕੁਝ ਵੀ ਨਹੀਂ ਲੈਣਾ। ਤੇ ਮਹਿਤਾ ਜੀ ਕਹਿੰਦੇ ਨੇ ਕੀ ਗੱਲ ਦੌਲਤਾਂ, ਤੂੰ ਤੇ ਕੁਝ ਸਮਾਂ ਪਹਿਲੋਂ ਸਾਨੂੰ ਨਿਤ ਕਹਿੰਦੀ ਸਾਂ ਕਿ ਰੱਬ ਤੁਹਾਨੂੰ ਖੁਸ਼ੀ ਦੇਵੇ ਤੇ ਮੈਂ ਬਹੁਤ ਕੁਝ ਤੁਹਾਡੇ ਤੋਂ ਮੰਗ ਕੇ ਲੈ ਕੇ ਜਾਣਾ, ਕੀ ਹੋਇਆ ਤੈਨੂੰ ਘੱਟ ਲੱਗਦਾ? ਤੇ ਇਹ ਰੱਖ, ਤੈਨੂੰ ਹੋਰ ਵੀ ਬਹੁਤ ਕੁਝ ਦਿੱਤਾ ਜਾਵੇਗਾ। ਉਸ ਵੇਲੇ ਦਾਈ ਦੌਲਤਾਂ ਨੇ ਜਿਹੜੇ ਸ਼ਬਦ ਕਹਿਣ ਲੱਗੀ, ਮਹਿਤਾ ਜੀ ਮੇਰੇ ਹੱਥਾਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਅਵਤਾਰ ਧਾਰਿਆ, ਬਹੁਤ ਸਾਰੇ ਬੱਚਿਆਂ ਨੇ ਜਨਮ ਲਿਆ, ਪਰ ਤੇਰੇ ਘਰ ਜਿਹੜਾ ਤੇਰੇ ਪੁੱਤਰ ਨੇ ਜਨਮ ਲਿਆ ਇਹਦੇ ਵਿੱਚ ਮੈਂ ਕੁਝ ਅਨੋਖਾ ਦੇਖਿਆ ਹੈ। ਤੇ ਅਨੋਖਾ ਇਹ ਦੁਨੀਆ ਦੇ ਉੱਤੇ ਜਦੋਂ ਬੱਚੇ ਜਨਮ ਲੈਂਦੇ ਨੇ ਉਹ ਰੋਂਦੇ ਹੋਏ ਆਉਂਦੇ ਨੇ, ਹੱਸਦੇ ਨਹੀਂ। ਅਕਸਰ ਜਦੋਂ ਬੱਚਾ ਇਸ ਦੁਨੀਆ ਤੇ ਆਉਂਦਾ ਤੇ ਉਹ ਰੋਂਦਾ ਹੈ,
ਪਰ ਜਿਸ ਬਾਲਕ ਨੇ ਤੇਰੇ ਘਰ ਦੇ ਵਿੱਚ ਜਨਮ ਲਿਆ ਇਹ ਆਮ ਬਾਲਕਾਂ ਵਰਗਾ ਬਾਲਕ ਨਹੀਂ ਦੇ। ਇਹ ਰੋਇਆ ਨਹੀਂ, ਇਹਦੇ ਕੋਮਲ ਬੁੱਲੀਆਂ ਦੇ ਉੱਤੇ ਮੁਸਕਰਾਹਟ ਸੀ, ਨੂਰਾਨੀ ਚਿਹਰਾ ਸੀ, ਚਿਹਰੇ ਤੇ ਮੁਸਕਾਨ ਸੀ। ਉਹ ਤੇਰਾ ਬੱਚਾ ਇੱਕ ਆਮ ਬੱਚਾ ਨਹੀਂ, ਉਹ ਰੱਬੀ ਰੂਹ ਹੈ। ਉਹਦੇ ਦਰਸ਼ਨ ਕਰਕੇ ਸੱਚਮੁੱਚ ਹੀ ਮੈਂ ਦੌਲਤਾਂ ਬਣ ਗਈ ਹਾਂ। ਪਹਿਲੋਂ ਤਾਂ ਕੇਵਲ ਮੇਰਾ ਨਾਂ ਦੌਲਤਾਂ ਸੀ, ਘਰ ਦੇ ਵਿੱਚ ਗਰੀਬੀ ਸੀ, ਹੁਣ ਅੰਦਰ ਦੀ ਦੌਲਤਾਂ ਮੈਂ ਬਣ ਗਈ ਹਾਂ। ਮੇਰੀ ਗਰੀਬੀ ਅੰਦਰ ਦੀ ਭੁੱਖ ਮੁੱਕ ਗਈ, ਮੈਂ ਤ੍ਰਿਪਤ ਹੋ ਗਈ। ਤੂੰ ਮੈਨੂੰ ਕੁਝ ਦੇਣ ਦੀ ਗੱਲ ਕਰਦਾ ਤੇ ਹੁਣ ਮੇਰਾ ਦਿਲ ਕਰਦਾ ਮੈਂ ਤੁਹਾਡੇ ਤੋਂ ਲੈਣਾ ਤੇ ਕੀ, ਜੋ ਮੇਰੇ ਘਰ ਦੇ ਵਿੱਚ ਰੱਬ ਨੇ ਮੈਨੂੰ ਦਿੱਤਾ ਨਾ, ਉਹ ਵੀ ਮੈਂ ਤੇਰੇ ਬੱਚੇ ਦੇ ਕਦਮਾਂ ਦੇ ਵਿੱਚ ਰੱਖ ਕੇ ਮੱਥਾ ਟੇਕ ਦੇਵਾਂ, ਕਿਉਂਕਿ ਮੇਰੇ ਅੰਦਰ ਦੀ ਭੁੱਖ ਮਿਟ ਗਈ ਹੈ। ਤੇ ਗੁਰੂ ਬਾਣੀ ਦਾ ਫਰਮਾਨ ਹੈ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਪਹਿਲਾ ਦਰਸ਼ਨ ਇਸ ਦਾਈ ਦੌਲਤਾਂ ਨੇ ਕੀਤਾ, ਜਿਹਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ ਤੇ ਉਹਦਾ ਆਇਆ ਵੀ ਸਫਲ ਹੋ ਗਿਆ, ਜੀਵਨ ਸਫਲ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਬਚਪਨ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਦੇ ਉੱਤੇ ਬਹੁਤ ਸਾਰੇ ਚੋਜ ਕੀਤੇ ਉਹਨਾਂ ਨੇ। ਇੱਥੋਂ ਦਾ ਰਾਏ ਬਲਾਰ ਜਿਹੜਾ ਸੀ, ਰਾਏ ਭੋਏ ਦਾ ਪੁੱਤਰ ਰਾਏ ਬਲਾਰ ਜਿਹੜਾ ਸੀ, ਇਹ ਵੀ ਗੁਰੂ ਦਾ ਚਰਨਾਂ ਦਾ ਸੇਵਕ ਬਣ ਗਿਆ ਸੀ। ਕਿਉਂਕਿ ਜਦੋਂ ਇੱਕ ਵਾਰ ਇਹਨੇ ਦੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਧੁੱਪ ਦੇ ਵਿੱਚ ਡੰਗਰਾਂ ਦੇ ਪਿੱਛੇ ਡੰਗਰ ਚਗਾਉਣ ਵਾਸਤੇ, ਪਸ਼ੂ ਚਗਾਉਣ ਵਾਸਤੇ ਗਏ ਤੇ ਲੇਟੇ ਸਨ, ਸੱਪ ਨੇ ਛਾਂ ਕੀਤੀ। ਉਸ ਵੇਲੇ ਰਾਏ ਬਲਾਰ ਵੀ ਸਮਝ ਗਿਆ ਸੀ ਕਿ ਇਹ ਕੋਈ ਆਮ ਬਾਲਕ ਨਹੀਂ ਹੈ, ਗੁਰੂ ਦੇ ਚਰਨਾਂ ਦਾ ਸੇਵਕ ਬਣ ਗਿਆ ਸੀ। ਹੁਣ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਸਰੀਰਕ ਵਿਕਾਸ ਹੁੰਦਾ ਰਿਹਾ, ਸਮਾਂ ਬੀਤਦਾ ਗਿਆ। ਇੱਕ ਘਟਨਾ ਕਹਿ ਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ ਕਿ ਗੁਰੂ ਨਾਨਕ ਦੇਵ ਜੀ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਬੇਦੀ ਕੁਲ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਹੁਣ ਉਹਨਾਂ ਦੇ ਧਰਮ ਦੇ ਅਨੁਸਾਰ ਇੱਕ ਉਹਨਾਂ ਦੇ ਧਰਮ ਦੀ ਰਵਾਇਤ ਸੀ ਕਿ ਜਦੋਂ ਬੱਚਾ ਜਵਾਨ ਹੁੰਦਾ ਤੇ ਉਹਨੂੰ ਜਨੇਊ ਪਵਾ ਕੇ ਪਵਾਇਆ ਜਾਂਦਾ ਸੀ ਬ੍ਰਾਹਮਣ ਦੇ ਦੁਆਰਾ। ਤੇ ਬ੍ਰਾਹਮਣ ਇਹ ਗੱਲ ਮੰਨਦਾ ਸੀ ਕਿ ਇਹ ਜਨੇਊ ਪਾਉਣ ਤੋਂ ਬਗੈਰ ਉੱਚ ਜਾਤੀਆ ਜਿਹੜਾ ਸੀ ਨਹੀਂ ਮੰਨਿਆ ਜਾਂਦਾ। ਜਦ ਤੱਕ ਇਨਸਾਨ ਨੂੰ ਜਨੇਊ ਨਹੀਂ ਪਾਇਆ ਜਾਂਦਾ ਤਦ ਤੱਕ ਸ਼ੂਦਰ ਹੀ ਰਹਿੰਦਾ, ਉਹ ਬ੍ਰਾਹਮਣ ਨਹੀਂ ਹੋ ਸਕਦਾ, ਉੱਚ ਜਾਤੀਆ ਨਹੀਂ ਹੋ ਸਕਦਾ। ਹੁਣ ਪਰਿਵਾਰ ਨੇ ਸਲਾਹ ਕੀਤੀ। ਉਸ ਵੇਲੇ ਜਿਹੜਾ ਪੰਡਿਤ ਹਰਦਿਆਲ ਸੀ ਉਹਨੂੰ ਬੁਲਾਇਆ ਗਿਆ, ਉਹਦੇ ਨਾਲ ਮਹਿਤਾ ਕਲਿਆਣ ਦਾਸ ਜੀ ਨੇ ਸਲਾਹ ਕੀਤੀ। ਇੱਕ ਦਿਨ ਮਿਥਿਆ ਗਿਆ ਕਿ ਇਸ ਦਿਨ ਇਸ ਸਮੇਂ ਨਾਨਕ ਨੂੰ, ਗੁਰੂ ਨਾਨਕ ਦੇਵ ਜੀ ਨੂੰ, ਹਾਲਾਂਕਿ ਪਿਤਾ ਜੀ ਨੇ ਨਾਮ ਨਾਨਕ ਵਰਤਿਆ ਹੋਵੇਗਾ, ਜਨੇਊ ਪਵਾਇਆ ਜਾਣਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸਾਰਾ ਪਤਾ ਲੱਗਾ, ਘਰ ਦੇ ਵਿੱਚ ਸਲਾਹਾਂ ਹੁੰਦੀਆਂ, ਪਰ ਗੁਰੂ ਨਾਨਕ ਦੇਵ ਜੀ ਬਿਲਕੁਲ ਚੁੱਪ ਨੇ। ਉਹ ਦਿਨ ਆ ਗਿਆ। ਮਹਿਤਾ ਕਲਿਆਣ ਦਾਸ ਜੀ ਪਟਵਾਰੀ ਸਨ, ਇਹਨਾਂ ਦਾ ਸੰਬੰਧ ਸੀ, ਰਿਸ਼ਤੇਦਾਰ ਇਕੱਠੇ ਹੋਏ, ਸੱਜਣ ਮਿੱਤਰ ਇਕੱਠੇ ਹੋਏ। ਅੱਜ ਵਾਲਾ ਸਮਾਂ ਨਹੀਂ ਸੀ। ਅੱਜ ਅਸੀਂ ਇੱਕ ਸਮਾਂ ਨਿਯੁਕਤ ਕਰਦੇ ਹਾਂ, ਸਾਡੇ ਕੋਲ ਸਾਧਨ ਨੇ, ਅਸੀਂ ਸਮੇਂ ਦੇ ਸਮੇਂ ਜਾ ਕੇ 1-2 ਘੰਟੇ ਦੇ ਵਿੱਚ ਕਿਸੇ ਪਾਰਟੀ ਨੂੰ ਅਟੈਂਡ ਕਰਕੇ ਵਾਪਸ ਆ ਜਾਂਦੇ ਹਾਂ। ਉਹਨਾਂ ਸਮਿਆਂ ਦੇ ਵਿੱਚ ਲੋਕ ਕੁਝ ਦਿਨ ਪਹਿਲਾਂ ਤੋਂ ਆ ਜਾਂਦੇ ਸਨ, ਰਿਸ਼ਤੇਦਾਰ, ਸੱਜਣ ਮਿੱਤਰ, ਲੋਕਾਂ ਦੇ ਕੋਲ ਟਾਈਮ ਸੀ, ਸਾਧਨ ਨਹੀਂ ਸੀ, ਪਹਿਲਾਂ ਤੋਂ ਆ ਕੇ ਇਕੱਠੇ ਹੋ ਜਾਣਾ। ਹੁਣ ਜਿਹੜਾ ਦਿਨ ਮਿਥਿਆ ਸੀ ਉਸ ਦਿਨ ਤੇ ਰਿਸ਼ਤੇਦਾਰ ਇਕੱਠੇ ਹੋਏ, ਸੱਜਣ ਮਿੱਤਰ ਇਕੱਠੇ ਹੋਏ, ਬਹੁਤ ਸਾਰੇ ਰਿਸ਼ਤੇਦਾਰ ਆਏ, ਪੰਡਿਤ ਹਰਦਿਆਲ ਜੀ ਵੀ ਆ ਗਿਆ। ਘਰ ਦੇ ਵਿੱਚ ਖੁਸ਼ੀਆਂ ਸਨ, ਸਾਰੀਆਂ ਖੁਸ਼ੀਆਂ ਦੇ ਵਿੱਚ ਗੀਤ ਗਾਏ ਜਾ ਰਹੇ ਸੀ, ਪ੍ਰਬੰਧ ਸਾਰੇ ਸਨ, ਹਲਵਾਈ ਲੱਗੀ ਹੋਈ ਸੀ, ਮਠਿਆਈਆਂ ਬਣ ਰਹੀਆਂ ਸੀ, ਸਾਰਾ ਕੁਝ ਵਧੀਆ ਚੱਲ ਰਿਹਾ ਸੀ। ਗੁਰੂ ਨਾਨਕ ਦੇਵ ਜੀ ਬਿਲਕੁਲ ਸ਼ਾਂਤ। ਹੁਣ ਜਦੋਂ ਪੰਡਿਤ ਹਰਦਿਆਲ ਆ ਕੇ ਬੈਠਾ, ਚੌਂਕੀ ਤੇ ਬੈਠ ਗਿਆ, ਉਹਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਨਾਨਕ ਦੇਵ ਜੀ ਨੂੰ, ਗੁਰੂ ਨਾਨਕ ਦੇਵ ਜੀ ਨੂੰ ਬੁਲਾ ਕੇ ਕੋਲ ਬਿਠਾ ਲਿਆ। ਭੈਣ ਨਾਨਕੀ ਜੀ ਕੋਲ ਬੈਠ ਕੇ, ਪਰਿਵਾਰ ਦੇ ਸੱਜਣ ਮਿੱਤਰ ਬੈਠੇ ਸੀ, ਬਰਾਦਰੀ ਵਾਲੇ ਬੈਠੇ ਸੀ। ਪੰਡਿਤ ਹਰਦਿਆਲ ਮੰਤਰ ਪੜ੍ਹਦਾ ਫਿਰ ਇੱਕਦਮ ਉਹਨੇ ਜਨੇਊ ਨੂੰ ਪਕੜਿਆ ਤੇ ਆਪਣੀਆਂ ਬਾਹਾਂ ਉੱਚੀਆਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਜਨੇਊ ਪਾਉਣ ਲੱਗੇ ਨਾ, ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਹਰਦਿਆਲ ਦੀ ਬਾਹ ਪਕੜ ਲਈ। ਕਹਿਣ ਲੱਗੇ, ਪੰਡਿਤ ਜੀ 1 ਮਿੰਟ ਰੁਕ ਜਾਓ। ਪੰਡਿਤ ਹਰਦਿਆਲ ਕਹਿੰਦਾ, ਕੀ ਗੱਲ? ਕਹਿਣ ਲੱਗੇ, ਤੁਸੀਂ ਮੈਨੂੰ ਜਨੇਊ ਪਾਉਣ ਲੱਗੇ ਹੋ। ਮੇਰਾ ਇੱਕ ਸੁਭਾਅ ਹੈ, ਮੈਂ ਜਿਹੜਾ ਵੀ ਕੰਮ ਕਰਦਾ ਹਾਂ ਉਹਦੇ ਵਾਸਤੇ ਉਹਦੀ ਜਾਣਕਾਰੀ ਪਹਿਲੋਂ ਲੈਣਾ ਕਿ ਕਿਉਂ ਕਰਨਾ ਹੈ, ਸਮਝ ਕੇ ਫਿਰ ਮੈਂ ਕੰਮ ਕਰਦਾ, ਬਿਨਾਂ ਸਮਝ ਤੋਂ ਕੰਮ ਨਹੀਂ ਜੇ ਕਰਦਾ।
ਤੁਸੀਂ ਮੈਨੂੰ ਜਨੇਊ ਪਾਉਣ ਲੱਗੇ ਹੋ। ਇਸ ਜਨੇਊ ਦੇ ਬਾਰੇ ਮੈਨੂੰ ਥੋੜਾ ਜਿਹਾ ਦੱਸੋ, ਚਾਨਣਾ ਪਾਓ ਕਿ ਜਨੇਊ ਪਾਉਣ ਦੇ ਨਾਲ ਕੀ ਹੋਏਗਾ। ਇਹ ਜਨੇਊ ਮੇਰੇ ਨਾਲ ਨਿਭੇਗਾ। ਪੰਡਤ ਹਰਦਿਆਲ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੱਸਣ ਲੱਗਾ, ਕਹਿਣ ਲੱਗਾ ਇਹ ਜਨੇਊ ਪਾਉਣਾ ਅਤ ਜ਼ਰੂਰੀ ਹੈ। ਜਦ ਤੱਕ ਇਨਸਾਨ ਨੂੰ ਮੰਤਰ ਪੜ੍ਹ ਕੇ ਇਹ ਜਨੇਊ ਨਹੀਂ ਪਾਇਆ ਜਾਂਦਾ, ਉਨੀ ਦੇਰ ਤੱਕ ਇਨਸਾਨ ਜਿਹੜਾ ਹੈ ਉੱਚ ਜਾਤੀਆ ਨਹੀਂ ਮੰਨਿਆ ਜਾਂਦਾ, ਸ਼ੂਦਰ ਹੀ ਮੰਨਿਆ ਜਾਂਦਾ ਹੈ। ਤੇ ਤੁਸੀਂ ਉੱਚ ਜਾਤੀ ਹੋ, ਤੁਸੀਂ ਖੱਤਰੀ ਕੁਲ ਦੇ ਵਿੱਚੋਂ ਹੋ, ਹੁਣ ਤੁਹਾਡੀ ਜਾਤ ਉੱਚੀ ਹੈ, ਤੁਹਾਨੂੰ ਜਨੇਊ ਪਾਉਣਾ ਹੈ, ਫਿਰ ਤੁਸੀਂ ਉੱਚ ਜਾਤੀ ਮੰਨੇ ਜਾਓਗੇ। ਅੱਛਾ ਜੀ, ਪੰਡਤ ਹਰਦਿਆਲ ਜੀ, ਫਿਰ ਮੇਰੇ ਤੋਂ ਵੱਡੀ ਮੇਰੇ ਘਰ ਦੇ ਵਿੱਚ ਮੇਰੀ ਭੈਣ ਜੀ ਹੈ, 5 ਸਾਲ ਮੇਰੇ ਤੋਂ ਉਮਰ ਵੱਡੀ ਹੈ, ਕਿ ਇਹਨਾਂ ਨੂੰ ਜਨੇਊ ਨਹੀਂ ਪਾਇਆ ਜਾਏਗਾ। ਪੰਡਤ ਹਰਦਿਆਲ ਨੇ ਕਿਹਾ, ਦੇਖ ਬਾਲਕ, ਇੰਨੇ ਸਵਾਲ ਜਵਾਬ ਤੋਂ ਅੱਗੋਂ ਕਰਦਾ ਹਾਂ, ਇਹ ਸਾਡਾ ਜਿਹੜਾ ਤਿਆਰ ਕੀਤਾ ਹੋਇਆ ਜਨੇਊ ਹੈ, ਇਹ ਔਰਤ ਵਾਸਤੇ ਨਹੀਂ ਹੈ। ਕਿਸੇ ਔਰਤ ਨੂੰ ਜਨੇਊ ਨਹੀਂ ਪਾਇਆ ਜਾਂਦਾ, ਕੇਵਲ ਬੰਦਿਆਂ ਵਾਸਤੇ ਜਨੇਊ ਹੈ, ਆਦਮੀ ਵਾਸਤੇ ਤੇ ਜਨੇਊ ਹੈ, ਪਰ ਔਰਤ ਵਾਸਤੇ ਜਨੇਊ ਨਹੀਂ। ਗੁਰੂ ਨਾਨਕ ਸਾਹਿਬ ਜੀ ਫਿਰ ਸਵਾਲ ਕਰਦੇ ਨੇ ਕਿ ਧਰਮ ਦੀ ਲੋੜ ਕੇਵਲ ਬੰਦੇ ਨੂੰ ਹੈ, ਕੇਵਲ ਆਦਮੀ ਨੂੰ ਹੀ ਧਰਮ ਦੀ ਲੋੜ ਹੈ, ਔਰਤ ਨੂੰ ਧਰਮ ਦੀ ਲੋੜ ਨਹੀਂ, ਕਿਉਂਕਿ ਤੁਸੀਂ ਕਹਿੰਦੇ ਹੋ ਧਰਮ ਨੂੰ ਅਪਣਾਉਣ ਵਾਸਤੇ, ਧਰਮ ਵਿੱਚ ਪਰਪੱਕ ਹੋਣ ਵਾਸਤੇ ਜਨੇਊ ਅਤ ਜ਼ਰੂਰੀ ਹੈ। ਤੇ ਮੇਰੇ ਤੋਂ ਵੱਡੇ ਭੈਣ ਜੀ ਹੈ, ਇਹਨਾਂ ਨੂੰ ਜਨੇਊ ਕਿਉਂ ਨਹੀਂ ਪਾਉਣਾ। ਜਦੋਂ ਪੰਡਤ ਹਰਦਿਆਲ ਨੇ ਇਹ ਗੱਲ ਸੁਣੀ ਤੇ ਅੱਗੋਂ ਕੋਈ ਜਵਾਬ ਨਾ ਆਇਆ, ਕਹਿਣ ਲੱਗੇ ਨਹੀਂ, ਸਾਡਾ ਜਨੇਊ ਔਰਤ ਵਾਸਤੇ ਨਹੀਂ। ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜੇ ਐਸਾ ਜਨੇਊ ਔਰਤ ਵਾਸਤੇ ਤੇ ਇਨਸਾਨ ਦੇ ਵਿੱਚ ਫਰਕ ਸਮਝਦਾ ਹੈ, ਉਸ ਪਰਮੇਸ਼ਰ ਦੇ ਘਰੋਂ ਔਰਤ ਦੇ ਵਿੱਚ ਤੇ ਆਦਮੀ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਗਿਆ। ਜਦੋਂ ਦੁਨੀਆ ਦੇ ਲੋਕਾਂ ਨੇ, ਇਸ ਦੁਨਿਆਵੀ ਲੋਕਾਂ ਨੇ ਔਰਤ ਨੂੰ ਮਾੜਾ ਕਿਹਾ, ਤੇ ਗੁਰੂ ਨਾਨਕ ਦੇਵ ਜੀ ਨੇ ਡੰਕੇ ਦੀ ਚੋਟ ਤੇ ਕਿਹਾ, ਸੋ ਕਿਉਂ ਮੰਦਾ ਆਖੀਆ ਜਿਤ ਜੰਮਹਿ ਰਾਜਾਨ। ਦੁਨੀਆ ਦੇ ਲੋਕੋ, ਜਿਸ ਔਰਤ ਦੀ ਕੁੱਖ ਦੇ ਵਿੱਚੋਂ ਰਾਜੇ ਮਹਾਰਾਜੇ ਪੈਦਾ ਹੋਏ, ਉਹਦੇ ਨਾਲ ਈਰਖਾ ਕਿਉਂ ਕਰਦੇ ਹੋ। ਉਹਦੇ ਵਿੱਚ ਤੇ ਇਨਸਾਨ ਦੇ, ਬੰਦੇ ਦੇ ਵਿੱਚ ਤੇ ਔਰਤ ਦੇ ਵਿੱਚ ਫਿਰ ਫਰਕ ਕਿਉਂ ਸਮਝਦੇ ਹੋ। ਪੰਡਤ ਹਰਦਿਆਲ ਨੂੰ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ, ਤੁਸੀਂ ਕਹਿੰਦੇ ਹੋ ਇਹ ਔਰਤ ਨਹੀਂ ਪਾ ਸਕਦੀ, ਕਿ ਔਰਤ ਨੂੰ ਧਰਮ ਦੀ ਲੋੜ ਨਹੀਂ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਫਿਰ ਸਵਾਲ ਕਰਦੇ ਨੇ, ਕਹਿੰਦੇ ਪੰਡਤ ਜੀ, ਚਲੋ ਇਹ ਗੱਲ ਤੁਸੀਂ ਕਹਿੰਦੇ ਹੋ, ਮੈਂ ਤੇ ਨਹੀਂ ਮੰਨਦਾ ਕਿ ਪਰਮੇਸ਼ਰ ਦੇ ਘਰੋਂ ਜਿਹੜਾ ਧਰਮ ਹੈ ਕੇਵਲ ਇਨਸਾਨ ਵਾਸਤੇ, ਆਦਮੀ ਵਾਸਤੇ ਹੈ, ਔਰਤ ਵਾਸਤੇ ਨਹੀਂ। ਪਰ ਜੇ ਤੁਸੀਂ ਕਹੋ ਮੈਂ ਮੰਨ ਵੀ ਲਵਾਂ, ਇਸ ਤੋਂ ਬਾਅਦ ਮੇਰੇ ਕੁਝ ਹੋਰ ਸਵਾਲ ਨੇ। ਤੁਸੀਂ ਕਹਿੰਦੇ ਉਹ ਜਨੇਊ ਪਾ ਕੇ ਇਨਸਾਨ ਧਰਮ ਦੇ ਵਿੱਚ ਪਰਪੱਕ ਹੋ ਜਾਂਦਾ ਹੈ। ਜੇ ਸੱਚਮੁੱਚ ਜਨੇਊ ਪਾ ਕੇ ਇਸ ਧਰਮ ਦੇ ਵਿੱਚ ਮੈਂ ਪਰਪੱਕ ਹੋ ਜਾਵਾਂਗਾ, ਮੇਰਾ ਉੱਚ ਜਾਤੀਆ ਧਰਮ ਹੋ ਜਾਏਗਾ, ਮੈਂ ਸ਼ੂਦਰ ਨਹੀਂ ਰਵਾਂਗਾ, ਕਿ ਇਹ ਜਨੇਊ ਮੇਰੇ ਨਾਲ ਕਿੱਥੋਂ ਕੁ ਤੱਕ ਨਿਭੇਗਾ, ਕਿੰਨੀ ਕੁ ਮੇਰੀ ਸਹਾਇਤਾ ਕਰੇਗਾ, ਇਹ ਜਨੇਊ ਮੇਰੇ ਨਾਲ ਤੱਕ ਨਿਭੇਗਾ। ਇਹ ਮੈਨੂੰ ਤੇ ਲੱਗਦਾ ਤੁਹਾਡਾ ਵੱਟ ਕੇ ਪਾਇਆ ਹੋਇਆ ਜਨੇਊ ਇੱਕ ਦਿਨ ਘਸ ਕੇ ਟੁੱਟ ਜਾਏਗਾ, ਇਹ ਪੁਰਾਣਾ ਹੋ ਜਾਏਗਾ, ਕਿ ਮੈਂ ਫਿਰ ਨੀਵੀਂ ਜਾਤ ਵਾਲਾ ਨਹੀਂ ਬਣ ਜਾਵਾਂਗਾ। ਪੰਡਤ ਹਰਦਿਆਲ ਕਹਿੰਦਾ, ਬੇਟਾ ਇੰਨੇ ਸਵਾਲ ਨਹੀਂ ਕਰੀਦੇ। ਇਹ ਜਨੇਊ ਜੇ ਘਸ ਜਾਏਗਾ, ਟੁੱਟ ਜਾਏਗਾ, ਇਸ ਗੱਲ ਦੀ ਚਿੰਤਾ ਤੂੰ ਨਾ ਕਰ। ਇਸ ਵਾਸਤੇ ਅਸੀਂ ਬੈਠੇ ਹਾਂ, ਅਸੀਂ ਬ੍ਰਾਹਮਣ ਹਾਂ, ਅਸੀਂ ਦੁਬਾਰਾ ਫਿਰ ਜਨੇਊ ਵੱਟ ਕੇ, ਫਿਰ ਉਹ ਮੰਤਰ ਪੜ੍ਹ ਕੇ ਤੈਨੂੰ ਦੂਜਾ ਜਨੇਊ ਪਾ ਦੇਵਾਂਗੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਇਹ ਜਨੇਊ ਤੇ ਵਾਰ-ਵਾਰ ਟੁੱਟਦਾ ਰਹੇਗਾ, ਵਾਰ-ਵਾਰ ਤੁਸੀਂ ਪਾਉਂਦੇ ਰਹੋਗੇ। ਫਿਰ ਜੇ ਇਹ ਤੁਸੀਂ, ਚਲੋ ਮੇਰੇ ਜਿੰਦੇ ਜੀ ਜਦ ਤੱਕ ਮੈਂ ਸੰਸਾਰ ਤੇ ਵਿਚਰਨਾ, ਜਨੇਊ ਟੁੱਟਦਾ ਰਹੇਗਾ, ਤੁਸੀਂ ਦੁਬਾਰਾ ਪਵਾਉਂਦੇ ਰਹੋਗੇ। ਜਦੋਂ ਇਸ 5 ਭੂਤਕ ਸਰੀਰ ਨੂੰ ਇਨਸਾਨ ਛੱਡ ਕੇ ਜਾਂਦਾ ਹੈ, ਇਹ ਸਰੀਰ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ, ਉਸ ਵੇਲੇ ਤੇ ਇਸ ਜਨੇਊ ਵੀ ਨਾਲ ਸੜ ਜਾਏਗਾ। ਇਹ ਜਨੇਊ ਸਾਡੀ ਆਤਮਾ ਦੇ ਨਾਲ ਤੇ ਨਹੀਂ ਨਿਭੇਗਾ ਨਾ, ਸਰੀਰ ਦੇ ਨਾਲ ਤੇ ਚਲੋ ਤੁਸੀਂ ਵੱਟ ਕੇ ਦੂਸਰਾ ਪਾ ਦਿਓਗੇ। ਪੰਡਤ ਹਰਦਿਆਲ ਕਹਿੰਦਾ, ਬੇਟਾ ਤੁਸੀਂ ਸਵਾਲ ਬਹੁਤ ਕਰਦੇ ਹੋ, ਐਵੇਂ ਦੇ ਸਵਾਲ ਨਹੀਂ ਕਰੀਦੇ। ਪਰਿਵਾਰ ਦੇ ਹੋਰ ਵੀ ਮੈਂਬਰਾਂ ਨੇ, ਰਿਸ਼ਤੇਦਾਰਾਂ ਨੇ ਆ ਕੇ ਸਮਝਾਉਣ ਦਾ ਯਤਨ ਕੀਤਾ, ਬੇਟਾ ਬਾਬਾ ਮਹਿਤਾ ਕਲਿਆਣ ਦਾਸ ਜੀ ਨੇ ਆ ਕੇ ਸਮਝਾਉਣ ਦਾ ਯਤਨ ਕੀਤਾ, ਬੇਟਾ ਦੇਖ ਬਰਾਦਰੀ ਦੇ ਵਿੱਚ ਮੇਰੀ ਬਦਨਾਮੀ ਹੋਵੇਗੀ,
ਤੂੰ ਕਿਹੋ ਜੇ ਸਵਾਲ ਕਰ ਰਿਹਾ ਹਾਂ, ਕਿਉਂ ਨਹੀਂ ਤੂੰ ਅਸਰ ਕਰਦਾ? ਤੈਨੂੰ ਪੰਡਤ ਹਰਦਿਆਲ ਜੀ ਏਡੇ ਸਿਆਣੇ ਪੰਡਤ ਨੇ ਸਮਝਾ ਰਹੇ ਨੇ, ਫਿਰ ਵੀ ਵਾਰ-ਵਾਰ ਤੂੰ ਅੱਗੋਂ ਸਵਾਲ ਕਰੀ ਜਾ ਰਿਹਾ ਹਾਂ, ਸਵਾਲ ਤੇ ਸਵਾਲ ਕਰਦਾ ਜਾ ਰਿਹਾ ਹੈ। ਸਾਰੀ ਬਰਾਦਰੀ ਦੇ ਰਿਸ਼ਤੇਦਾਰ ਤੈਨੂੰ ਸਮਝਾਉਣ ਦਾ ਯਤਨ ਕਰਦੇ ਨੇ, ਸੱਜਣ ਮਿੱਤਰ ਤੈਨੂੰ ਸਮਝਾ ਰਹੇ ਨੇ, ਪਰ ਕੇਵਲ ਕੱਲਾ ਤੂੰ ਹੈ ਜਿਹੜਾ ਇੱਕ ਜਿੱਦ ਤੇ ਅੜਿਆ ਹੋਇਆ ਤੇ ਸਵਾਲ ਤੋਂ ਬਾਅਦ ਦੂਸਰਾ ਸਵਾਲ ਕਰੀ ਜਾ ਰਿਹਾ। ਕੀ ਗੱਲ ਹੈ? ਸਾਰਿਆਂ ਨੇ ਸਮਝਾਇਆ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਜਨੇਊ ਤੇ ਮੈਂ ਪਾਵਾਂਗਾ, ਪਰ ਜਨੇਊ ਦੇ ਬਾਰੇ ਮੈਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਇਸ ਕਰਕੇ ਸਮਝਣਾ ਬਹੁਤ ਜ਼ਰੂਰੀ ਹੈ, ਇਸ ਕਰਕੇ ਮੈਂ ਸਵਾਲ ਕਰ ਰਿਹਾ ਹਾਂ। ਹੁਣ ਉਸ ਵੇਲੇ ਪੰਡਤ ਹਰਦਿਆਲ ਨੂੰ ਜਦੋਂ ਕੋਈ ਜਵਾਬ ਨਾ ਆਇਆ ਤੇ ਪੰਡਤ ਹਰਦਿਆਲ ਕਹਿੰਦਾ, ਬੇਟਾ ਫਿਰ ਤੁਸੀਂ ਦੱਸ ਦੇਵੋ, ਜਿਹੜਾ ਜਨੇਊ ਤੁਸੀਂ ਕਹਿੰਦੇ ਹੋ ਕਿ ਇਹ ਸਾਡੇ ਨਾਲ ਨਿਭਣਾ ਨਹੀਂ, ਮੈਂ ਜਨੇਊ ਵੀ ਪਾਵਾਂਗਾ, ਪਰ ਪਾਵਾਂਗਾ ਉਹ ਜਿਹੜਾ ਨਾਲ ਨਿਭੇ, ਫਿਰ ਉਹ ਜਨੇਊ ਕਿਹੜਾ ਹੈ? ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾ ਪਾਂਡੇ ਘੱਟ, ਨਾ ਇਹ ਟੁੱਟੈ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਹਿੰਦੇ ਪੰਡਤ ਹਰਦਿਆਲ ਜੀ, ਇਹੋ ਜਿਹਾ ਜਨੇਊ ਕੋਈ ਤੁਹਾਡੇ ਕੋਲ ਹੈ? ਜੇ ਐਸਾ ਜਨੇਊ ਹੋਵੇ ਜਿਹਦਾ ਦਇਆ ਕਪਾਹ, ਦਇਆ ਰੂਪੀ ਕਪਾਹ ਹੋਵੇ, ਸੰਤੋਖ ਰੂਪੀ ਸੂਤ ਹੋਵੇ, ਜਤ ਗੰਢੀ ਸੱਤ ਵੱਟ, ਕਹਿੰਦੇ ਜੇ ਇਹੋ ਜਿਹਾ ਤੇਰੇ ਕੋਲ ਜਨੇਊ ਤਿਆਰ ਹੈ, ਇਹ ਜਨੇਊ ਆਤਮਾ ਦੇ ਨਾਲ ਨਿਭਣ ਵਾਲਾ ਜਨੇਊ ਹੈ, ਜਿਹੜਾ ਮੇਰੇ ਨਾਲ ਧੁਰ ਦਰਗਾਹ ਤੱਕ ਨਿਭੇਗਾ, ਜਿੰਨੇ ਟੁੱਟਣਾ ਨਹੀਂ, ਜਿੰਨੇ ਪੁਰਾਣਾ ਨਹੀਂ ਹੋਣਾ, ਜਿੰਨੇ ਖਰਾਬ ਨਹੀਂ ਹੋਣਾ। ਕਹਿੰਦੇ ਐਸਾ ਜਨੇਊ ਤੇਰੇ ਕੋਲ ਹੈ ਤੇ ਵੱਟ ਕੇ ਬੇਸ਼ੱਕ ਪਾ ਦੇ, ਮੈਂ ਪਾਉਣ ਵਾਸਤੇ ਤਿਆਰ ਹਾਂ, ਪਰ ਜਿਹੜਾ ਤੂੰ ਧਾਗੇ ਦਾ ਜਨੇਊ ਵੱਟ ਕੇ ਤਿਆਰ ਕੀਤਾ, ਇਹਨੇ ਵਾਰ-ਵਾਰ ਟੁੱਟਦੇ ਰਹਿਣਾ, ਇਹਨੇ ਖਰਾਬ ਹੋਣਾ, ਇਹਨੇ ਬੋਦਾ ਹੋ ਕੇ ਟੁੱਟ ਕੇ ਡਿੱਗ ਪੈਣਾ, ਤੂੰ ਦੁਬਾਰਾ ਪਾਉਂਦਾ ਰਹੇਗਾ। ਪਰ ਪੰਡਤ ਜੀ, ਮੈਂ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਿ ਐਸੇ ਜਨੇਊ ਪਾਉਣ ਦੇ ਨਾਲ ਉੱਚ ਜਾਤੀ ਹੋ ਜਾਂਦੇ ਆ, ਐਸੇ ਜਨੇਊ ਤੇ ਮੈਂ ਵਿਸ਼ਵਾਸ ਨਹੀਂ ਕਰਦਾ। ਜਨੇਊ ਪਾਉਣਾ ਤੇ ਆ ਜਨੇਊ ਪਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾ ਪਾਂਡੇ ਘੱਟ, ਨਾ ਇਹ ਟੁੱਟੈ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਹਿੰਦੇ ਉਹ ਮਨੁੱਖ ਧਨਤਾ ਦੇ ਯੋਗ ਹੋ ਗਿਆ ਜਿਹਨੇ ਐਸਾ ਜਨੇਊ ਪਾਲਿਆ, ਪਰ ਇਹਨਾਂ ਜਨੇਊਆਂ ਦੇ ਉੱਤੇ ਮੈਂ ਨਹੀਂ ਵਿਸ਼ਵਾਸ ਕਰਦਾ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਜਨੇਊ ਦੀ ਗੱਲ ਕੀਤੀ ਸੀ, ਪਰ ਅੱਜ ਇਹ ਗੱਲ ਸਾਰੇ ਸੰਸਾਰ ਤੇ ਸਾਡੇ ਸਾਰਿਆਂ ਤੇ ਢੁਕਦੀ ਹੈ, ਕਿਉਂਕਿ ਜਨੇਊ ਇੱਕ ਧਾਰਮਿਕ ਚਿੰਨ੍ਹ ਹੈ। ਜੇ ਅਸੀਂ ਵੀ ਧਾਰਮਿਕ ਚਿੰਨ੍ਹ ਪਹਿਨ ਕੇ, ਇੱਕ ਕਿਰਪਾਨ ਧਾਰਨ ਕਰਕੇ, ਪੰਜਾਂ ਕਕਾਰਾਂ ਨੂੰ ਧਾਰਨ ਕਰਕੇ ਅਸੀਂ ਸਮਝੀਏ ਉੱਚ ਜਾਤੀ ਅਸੀਂ ਬਣ ਗਏ, ਅਸੀਂ ਬਿਲਕੁਲ ਸਫਲ ਹਾਂ, ਅਸੀਂ ਸਿੱਖ ਬਣ ਗਏ ਹਾਂ, ਪਰ ਸਾਡੇ ਤੇ ਵੀ ਇਹ ਗੱਲ ਢੁਕਦੀ ਹੈ। ਜੇ ਅੰਦਰ ਦੀ ਵਿਚਾਰ ਸਾਡੀ ਨਾ ਬਦਲੀ, ਸਾਡੇ ਕਰਮ ਨਾ ਬਦਲੇ, ਸਾਡੇ ਕਰਮ ਫਿਰ ਨੀਵਿਆਂ ਵਾਲੇ ਰਹੇ, ਅਸੀਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਪਹੁਲ ਲੈ ਕੇ ਵੀ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਭਟਕਦੇ ਰਹੇ ਕਿ ਅਸੀਂ ਵੀ ਆਪਣੇ ਧਰਮ ਦੇ ਉੱਤੇ ਪ੍ਰਪੱਕ ਹਾਂ, ਅਸੀਂ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੱਕ ਨਾਲ ਜੋੜਿਆ ਹੈ। ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਮੂਲ ਮੰਤਰ ਦੇ ਹੀ ਉੱਤੇ ਅਸੀਂ ਵਿਚਾਰ ਕਰ ਲਈਏ ਨਾ, ਤੇ ਸਾਡਾ ਜੀਵਨ ਸਫਲ ਹੋ ਸਕਦਾ ਹੈ। ਕੇਵਲ ਪੂਰੀ ਗੁਰਬਾਣੀ ਨੂੰ ਨਾ ਵੀ ਪੜ੍ਹੀਏ, ਨਾ ਵੀ ਵਿਚਾਰ ਕਰੀਏ, ਕੇਵਲ ਇੱਕ ਮੂਲ ਮੰਤਰ ਨੂੰ ਪੜ੍ਹ ਕੇ ਉਹਦੇ ਤੇ ਵਿਚਾਰ ਕਰ ਲਈਏ। ਪਾਤਸ਼ਾਹ ਜੀ ਨੇ ਕਿਹਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਕੇਵਲ ਇਹਦੀ ਵਿਚਾਰ ਕਰ ਲਈਏ। ਛੋਟੀ ਜੀ ਘਟਨਾ, ਬਗਦਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ, ਉੱਥੇ ਪੀਰ ਦਸਤਗੀਰ ਨੂੰ ਮਿਲਦੇ ਆ, ਪੀਰ ਦਸਤਗੀਰ ਦੇ ਨਾਲ ਵਿਚਾਰਾਂ ਹੋਈਆਂ। ਗੁਰੂ ਨਾਨਕ ਸਾਹਿਬ ਜੀ ਇੱਕ ਦੇ ਨਾਲ ਜੋੜਦੇ ਸੀ, ਖੁਦਾ ਇੱਕ ਹੈ, ਪਰਮੇਸ਼ਰ ਇੱਕ ਹੈ। ਪੀਰ ਦਸਤਗੀਰ ਨੂੰ ਪਤਾ ਲੱਗਾ, ਉਹਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨਾਲ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਪੀਰ ਦਸਤਗੀਰ ਕਹਿੰਦਾ ਗੁਰੂ ਨਾਨਕ ਦੇਵ ਜੀ ਨੂੰ, ਕਹਿੰਦੇ ਤੁਸੀਂ ਕਹਿੰਦੇ ਹੋ ਖੁਦਾ ਇੱਕ ਹੈ, ਤੁਸੀਂ ਕਹਿੰਦੇ ਹੋ ਖੁਦਾ ਇੱਕ ਹੈ, ਤੇ ਮੈਂ ਤੁਹਾਡੇ ਤੇ ਕੁਝ ਸਵਾਲ ਕਰਦਾ, ਮੇਰੇ ਸਵਾਲਾਂ ਦਾ ਜਵਾਬ ਦਿਓਗੇ? ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪੀਰ ਦਸਤਗੀਰ ਜੀ ਤੁਸੀਂ ਸਵਾਲ ਕਰੋ, ਗੁਰੂ ਕਿਰਪਾ ਕਰੇਗਾ, ਵਾਹਿਗੁਰੂ ਕਿਰਪਾ ਕਰੇਗਾ, ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ, ਤੁਹਾਡੇ ਸ਼ੰਕੇ ਨੂੰ ਨਿਵਰਤ ਕਰਾਂਗੇ। ਪੀਰ ਦਸਤਗੀਰ ਕਹਿੰਦਾ, ਤੁਸੀਂ ਕਹਿੰਦੇ ਹੋ ਪਰਮੇਸ਼ਰ ਖੁਦਾ ਇੱਕ ਹੈ,
ਤੇ ਜੇ ਉਹ ਇੱਕ ਹੈ ਤੇ ਰਹਿੰਦਾ ਕਿੱਥੇ ਹੈ। ਪਹਿਲਾ ਸਵਾਲ ਉਹਨਾਂ ਨੇ ਕੀਤਾ ਕਿ ਖੁਦਾ ਤੋਂ ਪਹਿਲੋਂ ਕੁਝ ਹੋਰ ਹੈ ਸੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੂਜਾ ਸਵਾਲ ਦੱਸ, ਕਹਿੰਦਾ ਜੇ ਖੁਦਾ ਇੱਕ ਹੈ ਤੇ ਰਹਿੰਦਾ ਕਿੱਥੇ। ਤੀਜਾ ਸਵਾਲ ਕਹਿੰਦਾ ਜੇ ਖੁਦਾ ਇੱਕ ਹੈ ਦੂਜਾ ਰਹਿੰਦਾ ਕਿੱਥੇ ਹੈ। ਤੀਜਾ ਉਹ ਕਰਦਾ ਕੀ, ਕਹਿੰਦੇ ਮੇਰੇ ਤਿੰਨਾਂ ਸਵਾਲਾਂ ਦਾ ਜਵਾਬ ਦੇ ਦਿਓ। ਪੀਰ ਦਸਤਗੀਰ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇਰੇ ਤਿੰਨਾਂ ਸਵਾਲਾਂ ਦਾ ਜਵਾਬ ਦੇਵਾਂਗਾ, ਪਰ ਮੈਂ ਆਪਣੇ ਤਰੀਕੇ ਨਾਲ ਦੇਵਾਂਗਾ। ਪੀਰ ਦਸਤਗੀਰ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਸਵਾਲ ਦਾ ਜਵਾਬ ਦਿਓ, ਕਿਸ ਤਰੀਕੇ ਨਾਲ ਦਿਓ, ਮੇਰੇ ਤੇ ਸ਼ੰਕੇ ਨੂੰ ਨਿਵਰਤ ਕਰੋਗੇ ਨਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਾਂ। ਤੂੰ ਕਹਿੰਦਾ ਖੁਦਾ ਇੱਕ ਹੈ, ਐਸੇ ਕਹਿੰਦੇ ਹਾਂ। ਤੂੰ ਇਹਦੇ ਤੇ ਸ਼ੰਕਾ ਕੀਤੀ, ਤੇਰੇ ਸ਼ੰਕੇ ਨੂੰ ਨਿਵਰਤ ਕਰਾਂਗੇ, ਪਰ ਤੂੰ ਪਹਿਲੋਂ ਗਿਣਤੀ ਗਿਣ ਕੇ ਦੱਸ। ਉਹਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਥਾਲੀ ਵਿੱਚ ਮੋਹਰਾਂ ਮੰਗਾਈਆਂ। ਇਤਿਹਾਸ ਕਹਿੰਦਾ ਜਦੋਂ ਮੋਹਰਾਂ ਮੰਗਾਈਆਂ ਤੇ ਗੁਰੂ ਨਾਨਕ ਸਾਹਿਬ ਜੀ ਪੀਰ ਦਸਤਗੀਰ ਨੂੰ ਕਹਿੰਦੇ ਮੋਹਰਾਂ ਨੂੰ ਗਿਣ। ਉਹਨੇ ਗਿਣਨੀਆਂ ਸ਼ੁਰੂ ਕੀਤੀਆਂ ਪੀਰ ਦਸਤਗੀਰ ਨੇ, 1 2 3। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੁਕ ਜਾ, ਤੇਰੀ ਗਿਣਤੀ ਗਲਤ ਹੋ ਗਈ, ਦੁਬਾਰਾ ਗਿਣ। ਪੀਰ ਦਸਤਗੀਰ ਦੁਬਾਰਾ ਗਿਣਦਾ, ਕਹਿੰਦਾ 1 2। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੁਕ, ਫਿਰ ਗਲਤ ਹੋ ਗਿਆ। ਹੁਣ ਪੀਰ ਦਸਤਗੀਰ ਕਹਿੰਦਾ ਜਿੱਥੇ ਮੈਂ ਸ਼ੁਰੂ ਹੋਇਆ, ਜਿੱਥੇ ਗਲਤ ਹੋਵਾਂਗਾ ਉਸੇ ਵੇਲੇ ਰੋਕ ਲਿਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫੇਰ ਗਿਣ। ਤੀਜੀ ਵਾਰ ਗਿਣ ਲੱਗਾ, ਕਹਿੰਦਾ 1। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੁਕ ਜਾ, ਇੱਥੇ ਗਲਤ ਹੋ ਗਿਆ। ਕਹਿੰਦਾ ਜੇ ਤਾਂ ਮੈਂ 1 ਹੀ ਗਿਣਿਆ, ਏਡੀ ਛੇਤੀ ਗਲਤ ਵੀ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਾਂ। 1 ਤੋਂ ਪਹਿਲੋਂ ਕੀ ਸੀ? ਕਹਿੰਦਾ ਗੁਰੂ ਨਾਨਕ ਸਾਹਿਬ ਜੀ 1 ਤੋਂ ਤਾਂ ਗਿਣਤੀ ਸ਼ੁਰੂ ਹੁੰਦੀ ਹੈ, ਇਸ ਤੋਂ ਪਹਿਲਾਂ ਤੇ ਕੁਝ ਹੈ ਹੀ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇਰੇ ਪਹਿਲੇ ਸਵਾਲ ਦਾ ਜਵਾਬ ਇਹ ਕਿ ਖੁਦਾ ਇੱਕ ਹੈ, 1 ਤੋਂ ਪਹਿਲਾਂ ਕੁਝ ਨਹੀਂ। ਇਸ ਤਰ੍ਹਾਂ ਤੂੰ ਗਿਣਤੀ ਦੇ ਵਿੱਚ ਕਹਿੰਦਾ 1 ਤੋਂ ਪਹਿਲਾਂ ਕੁਝ ਨਹੀਂ, ਇਸ ਤਰ੍ਹਾਂ ਖੁਦਾ ਤੋਂ ਪਹਿਲਾਂ ਵੀ ਕੋਈ ਹੋਰ ਨਹੀਂ ਸੀ। ਇਹ ਥੋੜਾ ਜਿਹਾ ਟਲ ਗਿਆ, ਅੰਦਰ ਵਿਸ਼ਵਾਸ ਵੱਧਾ, ਗੁਰੂ ਜੀ ਦੇ ਪ੍ਰਤੀ ਸ਼ਰਧਾ ਪੈਦਾ ਹੋਈ। ਕਹਿੰਦਾ ਦੂਜੇ ਸਵਾਲ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੂਜਾ ਸਵਾਲ ਸੀ ਤੇਰਾ ਕਿ ਰਹਿੰਦਾ ਕਿੱਥੇ। ਅਸੀਂ ਚਾਹੁੰਦੇ ਤੇਰੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ 1 ਬਾਟਾ 1 ਛੰਨਾ ਦੁੱਧ ਦਾ ਲਿਆ। ਦੁੱਧ ਦਾ ਛੰਨਾ ਮੰਗਾਇਆ ਗਿਆ। ਸੋਚਿਆ ਸਫ਼ਰ ਚੋਂ ਆਏ ਸ਼ਾਇਦ ਭੁੱਖ ਲੱਗੀ ਹੋਏਗੀ। ਗੁਰੂ ਨਾਨਕ ਸਾਹਿਬ ਜੀ ਛੰਨੇ ਨੂੰ ਪਕੜ ਕੇ ਬੜੀ ਨਿਗਾਹ ਟਿਕਾ ਕੇ ਦੇਖਦੇ ਨੇ ਤੇ ਪੀਰ ਦਸਤਗੀਰ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੁੱਧ ਦੇ ਵਿੱਚ ਹੈ ਕੁਝ ਨਹੀਂ, ਛਕ ਜਾਓ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ ਮੈਨੂੰ ਕੁਝ ਨਜ਼ਰ ਆ ਰਿਹਾ। ਪੀਰ ਦਸਤਗੀਰ ਕਹਿੰਦਾ ਨਹੀਂ ਕੁਝ ਨਹੀਂ ਹੈ, ਦੱਸੋ ਕੀ ਹੈ, ਤੁਹਾਨੂੰ ਕੀ ਸ਼ੱਕ ਪਿਆ? ਕਹਿੰਦੇ ਕੁਝ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ ਪੁੱਛਿਆ ਕੀ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਨੂੰ ਤੇ ਇਹਦੇ ਵਿੱਚ ਮੱਖਣ ਨਜ਼ਰ ਆ ਰਿਹਾ। ਤੇ ਪੀਰ ਦਸਤਗੀਰ ਕਹਿੰਦਾ ਮੱਖਣ ਤਾਂ ਹੈ, ਪਰ ਇਸ ਤਰ੍ਹਾਂ ਥੋੜੀ ਨਜ਼ਰ ਆਏਗਾ, ਉਹਦੇ ਵਾਸਤੇ ਰੜਕਣਾ ਪਏਗਾ, ਇਹਨੂੰ ਗਰਮ ਕਰਨਾ ਪਏਗਾ, ਫਿਰ ਇਹਦੇ ਚੋਂ ਨਿਕਲੇਗਾ। ਗੁਰੂ ਨਾਨਕ ਸਾਹਿਬ ਜੀ ਤੂੰ ਕਹਿਣ ਲੱਗੇ ਪੀਰ ਦਸਤਗੀਰ ਤੂੰ ਕਹਿਣਾ ਕਿ ਖੁਦਾ ਰਹਿੰਦਾ ਕਿੱਥੇ ਹੈ? ਖੁਦਾ ਸਾਡੇ ਸਾਰੇ ਜੀਵਾਂ ਦੇ ਵਿੱਚ ਵਸਦਾ, ਜਿਤਨਾ ਦੁੱਧ ਦੇ ਵਿੱਚ ਮੱਖਣ ਹੈ, ਪਰ ਹਰ ਇੱਕ ਨੂੰ ਨਜ਼ਰ ਨਹੀਂ ਆਉਂਦਾ। ਅਸੀਂ ਕਹਿੰਦੇ ਇਹਦੇ ਵਿੱਚ ਮੱਖਣ ਹੈ, ਤੂੰ ਕਹਿੰਦਾ ਕੁਝ ਨਹੀਂ ਨਜ਼ਰ ਨਹੀਂ ਆਉਂਦਾ, ਪਰ ਖੁਦਾ ਸਾਰਿਆਂ ਦੇ ਵਿੱਚ ਇੱਕ ਹੈ, ਨਜ਼ਰ ਕਿਸੇ ਵਿਰਲੇ ਵਿਰਲੇ ਨੂੰ ਆਉਂਦਾ। ਗੁਰਬਾਣੀ ਨੇ ਉੱਚੀ ਆਵਾਜ਼ ਵਿੱਚ ਪੁਕਾਰ ਕੇ ਕਿਹਾ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਦੂਜੇ ਸਵਾਲ ਦਾ ਜਵਾਬ ਸੁਣ ਕੇ ਇਹਦੇ ਅੰਦਰ ਹੋਰ ਭਾਵਨਾ ਜਾਗੀ। ਕਹਿੰਦਾ ਪਾਤਸ਼ਾਹ ਜੀ ਤੀਜੇ ਸਵਾਲ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੀਰ ਦਸਤਗੀਰ ਤੂੰ ਸਾਡੇ ਤੋਂ ਗਿਆਨ ਦੀਆਂ ਗੱਲਾਂ ਪੁੱਛਦਾ ਹੈ, ਤੇ ਗਿਆਨ ਦੇਣ ਵਾਲਾ ਜਿਹੜਾ ਹੈ ਹਮੇਸ਼ਾ ਉੱਚੀ ਥਾਂ ਤੇ ਬੈਠਦਾ ਹੈ, ਗਿਆਨ ਲੈਣ ਵਾਲਾ ਨੀਵੀਂ ਥਾਂ ਤੇ ਬੈਠਦਾ। ਤੂੰ ਕੁਝ ਉਲਟਾ ਨਹੀਂ ਕਰ ਰਿਹਾ, ਤੂੰ ਗੱਦੀ ਤੇ ਬੈਠਾ, ਅਸੀਂ ਥੱਲੇ ਕਟਗੜੇ 'ਚ ਖੜੇ ਹਾਂ। ਮੈਂ ਚਾਹੁੰਦਾ ਤੇਰੇ ਤੀਜੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਤੇਰੀ ਜਗ੍ਹਾ ਤੇ ਮੈਂ ਬੈਠਾ ਤੇ ਮੇਰੀ ਜਗ੍ਹਾ ਤੇ ਤੂੰ ਖੜਾ ਹੋ, ਫਿਰ ਤੈਨੂੰ ਸਵਾਲ ਦਾ ਜਵਾਬ ਦਵਾਂਗਾ ਜ਼ਰੂਰ। ਜੇ ਤੇਰੇ 2 ਸਵਾਲਾਂ ਦਾ ਜਵਾਬ ਦਿੱਤਾ, ਸਵਾਲ ਤੀਜੇ ਦਾ ਜਵਾਬ ਵੀ ਦਵਾਂਗਾ, ਪਰ ਪਹਿਲੋਂ ਤੂੰ ਮੇਰੀ ਜਗ੍ਹਾ ਤੇ ਆ ਤੇ ਮੈਂ ਤੇਰੀ ਜਗ੍ਹਾ ਤੇ ਆ ਜਾਵਾਂ। ਪੀਰ ਦਸਤਗੀਰ ਕਹਿੰਦਾ ਕੋਈ ਗੱਲ ਨਹੀਂ, ਮੇਰੇ ਸਵਾਲ ਦਾ ਜਵਾਬ ਮਿਲਣਾ ਚਾਹੀਦਾ। ਗੱਦੀ ਤੋਂ ਉੱਠ ਗਿਆ, ਥੱਲੇ ਕਟਗਰੇ 'ਚ ਖਲੋ ਗਿਆ। ਗੁਰੂ ਨਾਨਕ ਸਾਹਿਬ ਜੀ ਗੱਦੀ ਤੇ ਚੌਂਕੜਾ ਮਾਰ ਕੇ ਬੈਠ ਗਏ, ਕੁਝ ਨਹੀਂ ਬੋਲੇ। ਥੋੜੀ ਦੇਰ ਇੰਤਜ਼ਾਰ ਕੀਤਾ, ਫਿਰ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਤੁਸੀਂ ਮੇਰੇ ਸਵਾਲ ਦਾ ਜਵਾਬ ਦੇਣ ਵਾਸਤੇ ਉੱਠ ਕੇ ਇੱਥੇ ਬੈਠੇ ਸੋ ਮੇਰੀ ਗੱਦੀ ਤੇ, ਪਰ ਤੁਸੀਂ ਕੁਝ ਬੋਲਦੇ ਨਹੀਂ ਪਏ। ਮੇਰੇ ਸਵਾਲ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇਰੇ ਸਵਾਲ ਦਾ ਜਵਾਬ ਅਸੀਂ ਦੇ ਚੁੱਕੇ ਹਾਂ, ਤੈਨੂੰ ਸਮਝ ਨਹੀਂ ਆਈ? ਕਹਿੰਦਾ ਪਾਤਸ਼ਾਹ ਜੀ ਤਾਂ ਤੁਸੀਂ ਕੁਝ ਬੋਲੇ ਨਹੀਂ, ਮੈਂ ਥੱਲੇ ਆ ਗਿਆ, ਤੁਸੀਂ ਮੇਰੀ ਗੱਦੀ ਤੇ ਬੈਠ ਗਏ ਹੋ, ਮੈਂ ਉਡੀਕ ਕਰਦਾ ਮੇਰੇ ਸਵਾਲ ਦਾ ਜਵਾਬ ਦਿਓ, ਪਰ ਤੁਸੀਂ ਕੁਝ ਸਵਾਲ ਦਾ ਜਵਾਬ ਨਹੀਂ ਦਿੱਤਾ।
ਤਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਸਵਾਲ ਦਾ ਜਵਾਬ ਦਿੱਤਾ। ਕੀ ਸਵਾਲ ਦਾ ਜਵਾਬ ਦਿੱਤਾ ਜੀ? ਗੁਰੂ ਨਾਨਕ ਸਾਹਿਬ ਜੀ ਮੁਸਕਰਾ ਕੇ ਕਹਿੰਦੇ, ਭਲਿਆ ਤੂੰ ਪੁੱਛਦਾ ਹੈ ਕਿ ਗੁਰੂ ਕਰਦਾ ਕੀ ਹੈ, ਰੱਬ ਕਰਦਾ ਕੀ ਹੈ? ਰੱਬ ਆਹੀ ਕਰਦਾ ਹੀ। ਅਜੇ ਇੱਕ ਘੜੀ ਪਹਿਲੋਂ ਤੂੰ ਇਸ ਗੱਦੀ ਤੇ ਬੈਠਾ ਸਾਂ, ਮੈਂ ਕਟਕਰੇ ਵਿੱਚ ਖੜਾ ਸਾਂ, ਹੁਣ ਤੇਰੀ ਗੱਦੀ ਤੇ ਮੈਂ ਬੈਠ ਗਿਆ ਤੇ ਤੂੰ ਉਸ ਕਟਕਰੇ ਤੇ ਕਟਕਰੇ ਵਿੱਚ ਖੜਾ ਹੋ ਗਿਆ। ਬਸ ਆਹੀ ਰੱਬ ਕਰਦਾ ਹੀ, ਕਿਉਂਕਿ ਰੱਬ ਦੇ ਸਮਰੱਥ ਹੈ। ਉਹ ਗਰੀਬ ਨੂੰ ਅਮੀਰ ਬਣਾ ਸਕਦਾ ਤੇ ਅਮੀਰ ਨੂੰ ਗਰੀਬ ਬਣਾ ਸਕਦਾ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਤ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਦੁਨੀਆ ਦਾ ਭ੍ਰਮਣ ਕਰਕੇ, ਹਜ਼ਾਰਾਂ ਮੀਲ ਪੈਂਡਾ ਕਰਕੇ, ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਗਿਆਨ ਦੇ ਕੇ ਗੁਰੂ ਦੇ ਨਾਲ ਜੋੜਿਆ ਹੈ। ਗੁਰਬਾਣੀ ਕਹਿੰਦੀ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਅੱਜ ਵੀ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਸੁਣਦੇ ਹਾਂ, ਪਰ ਅਸੀਂ ਗੁਰੂ ਦੇ ਸੁਣੇ ਬੋਲਾਂ ਤੇ ਉੱਤੇ ਵਿਚਾਰ ਕਰ ਲਈਏ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਸੁਣਨਾ ਗੁਰੂ ਨਾਨਕ ਨੂੰ ਸੁਣਨਾ ਹੈ। ਜੇ ਉਹਦੇ ਤੇ ਵਿਚਾਰ ਕਰ ਲਈਏ, ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਸਮੇਂ ਦੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।